So, students, here in this video, we are going to discuss the complete process of photosynthesis, right? So, in our earlier video, students, we have discussed where does photosynthesis takes place in plant? मतलब ਸਾਈਟ ਕੀ ਹੈ ਫੋਟੋਸਿੰਥੇਸਿਸ ਦੀ ਕਿਹੜੇ ਆਰਗੇਨੈਲ ਦੇ ਵਿੱਚ ਫੋਟੋਸਿੰਥੇਸਿਸ ਹੁੰਦੀ ਹੈ ਅਸੀਂ ਫੋਟੋ ਸਿਸਟਮਸ ਟਰਮ ਕਲੀਅਰ ਕੀਤੀ ਅਸੀਂ ਪਿਗਮੈਂਟਸ ਕਲੀਅਰ ਕੀਤੀਆਂ ਕਿਹੜੀਆਂ ਪਿਗਮੈਂਟਸ ਨੇ ਜਿਹੜੀਆਂ ਰਿਕੁਆਇਰਡ ਨੇ ਫॉर ਫੋਟੋਸਿੰਥੇਸਿਸ ਅਸੀਂ ਆਲਰੇਡੀ ਇਹ ਵੀ ਡਿਸਕਸ ਕਰ ਚੁੱਕੇ ਹਾਂ ਕਿ ਕਿਹੜੀ ਵੇਵਲੈਂਥ ਵਿਜ਼ੀਬਲ ਰੀਜਨ ਦੀ ਕਿਹੜੀ ਵੇਵਲੈਂਥ 'ਤੇ ਜਾਂ ਕਿਹੜੇ ਕਲਰ ਵਾਲੇ ਰੀਜਨ ਦੇ ਵਿੱਚ ਮੈਕਸਿਮਮ ਫੋਟੋਸਿੰਥੇਸਿਸ ਹੁੰਦੀ ਹੈ ਮੈਕਸਿਮਮ ਲਾਈਟ ਐਬਜ਼ੌਰਪਸ਼ਨ ਹੁੰਦੀ ਹੈ ਵੀ ਹੈਵ ਆਲਰੇਡੀ ਡਿਸਕਸ ਇਨ ਅਰਲੀਅਰ ਵੀਡੀਓਜ਼ ਹੁਣ ਜਿਹੜਾ ਸਾਡੀ ਅੱਜ ਵਾਲੀ ਵੀਡੀਓ ਇਟ ਇਜ਼ ਵੈਰੀ ਇੰਪੋਰਟੈਂਟ ਵੀਡੀਓ ਐਜ਼ ਵੀ ਆਰ ਗੋਇੰਗ ਟੂ ਡਿਸਕਸ ਦ ਕੰਪਲੀਟ ਪ੍ਰੋਸੈਸ ਆਫ ਫੋਟੋਸਿੰਥੇਸਿਸ ਸੋ ਸਟੂਡੈਂਟਸ ਫੋਟੋਸਿੰਥੇਸਿਸ ਦਾ ਜਿਹੜਾ ਪ੍ਰੋਸੈਸ ਹੈ ਉਹ ਮੇਨਲੀ ਦੋ ਸਟੈਪਸ ਨੇ ਔਰ ਯੂ ਕੈਨ ਸੇ ਉਹਦੀਆਂ ਦੋ ਪਾਰਟਸ ਦੇ ਵਿੱਚ ਹੁੰਦੀ ਹੈ ਵਨ ਇਜ਼ ਲਾਈਟ ਡਿਪੈਂਡੈਂਟ ਰਿਐਕਸ਼ਨ ਐਂਡ ਵਨ ਇਜ਼ ਲਾਈਟ ਇੰਡੀਪੈਂਡੈਂਟ ਰਿਐਕਸ਼ਨ ਮੀਨਸ ਇੱਕ ਰਿਐਕਸ਼ਨ ਐਸੀ ਹੈ ਫੋਟੋਸਿੰਥੇਸਿਸ ਦੀ ਵਿਚ occurs only and only in the presence of light, right? ਜੇ light ਹੋਏਗੀ ਤਾਂ light reaction ਹੋਏਗੀ and it is also simply called as light reaction or photophosphorylation. What is photophosphorylation? We will discuss little later in detail, right? Then light independent reaction which is also known as dark reaction, right? Light independent means ਇਹ ਵਾਲੀ reaction light ਦੀ presence 'ਚ ਵੀ ਹੋ ਸਕਦੀ ਹੈ and light ਦੀ absence 'ਚ ਵੀ ਹੋ ਸਕਦੀ means ਇਹਦਾ light ਨਾ this is independent of the light, it has nothing to do with the light, ਠੀਕ ਹੈ? So light dependent and light independent doesn't means कि only dark, means it can occurs both in light as well as dark, right? Then what is photophosphorylation? Because ਸਾਨੂੰ light reaction start ਕਰਨੀ ਹੈ ਸੋ ਅਸੀਂ ਉਹਦੇ ਵਿੱਚ basically ਪੜ੍ਹਨਾ ਕੀ ਹੈ photophosphorylation. So students mainly what does this word means? Photo ਦਾ ਮਤਲਬ ਕੀ ਹੁੰਦਾ ਹੈ light, right? And then phosphorylation means formation of ATP. So complete ਕੀ ਬਣੇਗਾ formation of ATP using sunlight or energy of sunlight, right? Photo means light, so light ਤੋਂ ਕੀ ਮਿਲਣੀ ਹੈ energy. What about phosphorylation? Phosphorylation means formation of ATP, right? So ਅਸੀਂ ਕੀ ਮੇਨਲੀ ਦੇਖਣਾ ਹੈ ਕਿ ATP ਕਿਵੇਂ ਫਾਰਮ ਹੁੰਦਾ ਹੈ in the presence of sunlight or energy of sunlight, means sun ਦੀ energy use ਕਰਕੇ how does ATP formation occurs ਜਾਂ how does ATP forms. Okay, so basically students ਜਿਹੜੀ photophosphorylation ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ. One is non-cyclic and one is cyclic. So let's start with non-cyclic and then we will discuss cyclic, right? So ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ non-cyclic photophosphorylation 'ਚ ਕੀ ਹੁੰਦਾ, right? ਬੇਸਿਕਲੀ ਸਭ ਤੋਂ ਪਹਿਲਾਂ ਜਿਹੜਾ ਅਸੀਂ ਡਿਫਰੈਂਸ ਅਸੀਂ ਆਪਣੇ ਮਾਈਂਡ ਦੇ ਵਿੱਚ ਸੈੱਟ ਰੱਖਣਾ ਹੈ ਉਹ ਇਹ ਹੈ ਕਿ ਜਿਹੜੀ ਨੋਨ ਸਾਈਕਲਿਕ ਜਾਂ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਦੋਨਾਂ 'ਚੋਂ ਜਿਹੜੀ ਵੀ ਹੈ ਇਹ ਕਿੱਥੇ ਹੁੰਦੀ ਹੈ, ਰਾਈਟ? ਨੋਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਟੇਕਸ ਪਲੇਸ ਇਨ ਥਾਈਲੇਕੋਇਡਸ. ਸੋ ਆਪਾਂ ਥਾਈਲੇਕੋਇਡ ਦੀ ਮੈਂਬਰੇਨ ਦੇ ਵਿੱਚ ਹੁੰਦੀ ਹੈ. ਆਪਾਂ ਥਾਈਲੇਕੋਇਡ ਆਲਰੇਡੀ ਪੜ੍ਹ ਚੁੱਕੇ ਹਾਂ ਜਦੋਂ ਅਸੀਂ ਕਲੋਰੋਪਲਾਸਟ ਦਾ ਸਟਰਕਚਰ ਕੀਤਾ ਸੀ. ਆਈ ਵਿਲ ਸ਼ੋ ਯੂ ਦ ਡਾਇਗਰਾਮ. ਅਸੀਂ ਇਹ ਕਲੋਰੋਪਲਾਸਟ ਦਾ ਡਿਟੇਲ ਸਟਰਕਚਰ ਕਰ ਚੁੱਕੇ ਹਾਂ. ਸੋ ਇਹ ਜਿਹੜੇ ਤੁਹਾਨੂੰ ਕੋਇਨ ਲਾਈਕ ਦਿਖ ਰਹੇ ਨੇ ਦੀਜ਼ ਆਰ ਦਾ ਥਾਈਲੇਕੋਇਡਸ. ਔਰ ਜਦੋਂ ਇਹ ਪੂਰਾ ਸਟੈਕ ਦੀ ਗੱਲ ਕਰਦੇ ਹਾਂ, ਗਰੁੱਪ ਦੀ ਗੱਲ ਕਰਦੇ ਹਾਂ, ਬੰਚ ਦੀ ਗੱਲ ਕਰਦੇ ਹਾਂ, ਇਹਨੂੰ ਗ੍ਰੈਨਾ ਕਹਿੰਦੇ ਆ. ਸਿੰਗਲ ਗ੍ਰੈਨਮ ਔਰ ਗ੍ਰੈਨਾ. ਸੋ ਇਹ ਜਿਹੜੇ ਗ੍ਰੈਨਾ ਨੇ ਦੇ ਆਰ ਕਨੈਕਟਡ ਬਾਏ ਸਟ੍ਰੋਮਲ ਲੈਮਿਲੀ. ਦੀਜ਼ ਆਰ ਦਾ ਸਟ੍ਰੋਮਲ ਲੈਮਿਲੀ ਐਂਡ ਇਹ ਜਿਹੜਾ ਮੈਟ੍ਰਿਕਸ ਹੈ ਦਿਸ ਇਜ਼ ਸਟ੍ਰੋਮਾ. ਅਸੀਂ ਹੁਣ ਫਿਲਹਾਲ ਨੋਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਦੀ ਗੱਲ ਕਰ ਰਹੇ ਹਾਂ. ਇੱਥੇ ਹੁੰਦੀ ਥਾਈਲੇਕੋਇਡ ਦੀ ਮੈਂਬਰੇਨ ਦੇ ਵਿੱਚ ਕੀ ਹੁੰਦੀ ਹੈ non-cyclic photophosphorylation. So let's start with the non-cyclic photophosphorylation. ਸਭ ਤੋਂ ਪਹਿਲਾਂ ਅਸੀਂ ਆਲਰੇਡੀ ਜਿਹੜੇ ਫੋਟੋ ਸਿਸਟਮਸ ਪੜ੍ਹ ਚੁੱਕੇ ਹਾਂ ਹੁਣ ਅਸੀਂ ਇੱਥੇ ਫਿਰ ਤੋਂ ਦੇਖਾਂਗੇ. ਪੜ੍ਹ ਚੁੱਕੇ ਹਾਂ ਨਾ ਆਪਾਂ ਫੋਟੋ ਸਿਸਟਮ 1 ਫੋਟੋ ਸਿਸਟਮ 2. ਸੋ ਸਭ ਤੋਂ ਪਹਿਲੀ ਤੇ ਇੰਪੋਰਟੈਂਟ ਗੱਲ ਜਦੋਂ ਅਸੀਂ ਨੋਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਅੰਡਰਸਟੈਂਡ ਕਰਨੀ ਅਸੀਂ ਆਪਣੇ ਮਾਈਂਡ 'ਚ ਰੱਖਣਾ ਹੈ ਕਿ ਇਨ ਕੇਸ ਆਫ ਨੋਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਬੋਥ ਫੋਟੋ ਸਿਸਟਮਸ ਵਰਕ. ਦੋਨੋਂ ਫੋਟੋ ਸਿਸਟਮ ਕੰਮ ਕਰਦੇ ਨੇ. ਦੋਨੋਂ ਫੋਟੋ ਸਿਸਟਮਸ ਦੀ ਲੋੜ ਹੈ. ਪਹਿਲਾਂ ਫੋਟੋ ਸਿਸਟਮ 2 ਕੰਮ ਕਰੇਗਾ ਫਿਰ 1 ਕੰਮ ਕਰੇਗਾ, ਰਾਈਟ? ਮੀਨਸ ਬੋਥ ਦ ਫੋਟੋ ਸਿਸਟਮ works in case of non-cyclic photophosphorylation and ਇਹ ਕਿੱਥੇ ਹੁੰਦੀ ਹੈ non-cyclic photophosphorylation in thylakoid membrane, right? Start ਕਰਦੇ ਹਾਂ.
फोटो सिस्टम 2 ਉਹਦੀ ਜਿਹੜੀ ਵੇਵਲੈਂਥ ਹੁੰਦੀ ਹੈ, ਜਿਸ ਵੇਵਲੈਂਥ ਤੇ ਕਲੋਰੋਫਿਲ ਏ ਮੈਕਸਿਮਮ ਲਾਈਟ ਅਬਜ਼ੌਰਬ ਕਰਦੀ ਹੈ, ਉਹ ਕਿੰਨੀ ਹੁੰਦੀ 680 ਨੈਨੋਮੀਟਰ। ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਦੋਨੋਂ ਫੋਟੋ ਸਿਸਟਮਸ ਜਿਹੜੇ ਅਸੀਂ ਪੜ੍ਹੇ ਸੀ, ਉਹਨਾਂ ਦਾ ਜਿਹੜਾ ਰਿਐਕਸ਼ਨ ਸੈਂਟਰ ਹੁੰਦਾ, ਸਭ ਤੋਂ ਮੇਜਰ ਜਿਹੜੀ ਹਾਰਮੋਨ ਹੁੰਦੀ ਹੈ, ਆਮ ਸੌਰੀ, ਸਭ ਤੋਂ ਮੇਜਰ ਜਿਹੜੀ ਪਿਗਮੈਂਟ ਹੁੰਦੀ ਹੈ, that is chlorophyll A. So this is a major pigment and it act as reaction center. So reaction center ਇੱਥੇ ਕੀ ਹੈ? chlorophyll A. And in case of photosystem 2, ਜਿਹੜਾ ਸਾਡੇ ਕੋਲ ਰਿਐਕਸ਼ਨ ਸੈਂਟਰ ਹੁੰਦਾ chlorophyll A, ਇਹ ਮੈਕਸਿਮਮ ਲਾਈਟ ਕਿੰਨੀ ਵੇਵਲੈਂਥ ਦੀ ਅਬਜ਼ੌਰਬ ਕਰਦਾ? ਮੈਕਸਿਮਮ ਕਿੰਨੀ ਵੇਵਲੈਂਥ ਤੇ ਲਾਈਟ ਅਬਜ਼ੌਰਪਸ਼ਨ ਕਰਦਾ? 680 ਨੈਨੋਮੀਟਰ। 680 ਨੈਨੋਮੀਟਰ ਤੇ ਇਟ ਅਬਜ਼ੌਰਬ ਮੈਕਸਿਮਮ ਲਾਈਟ। ਸੋ ਜਦੋਂ ਸਨਲਾਈਟ ਫਾਲ ਕੀਤੀ, these जो मैं रेड सर्कल्स बनाए सी ऑलरेडी डिस्कस कर चुके, these are the accessory pigments। accessory pigments ਕਿਹੜੀਆਂ ਹੁੰਦੀਆਂ? chlorophyll B, carotenoids, xanthophylls, these all are accessory pigments। ਸੋ ਜਿਹੜੀਆਂ ਇਹ accessory pigments ਨੇ, ਇਹ ਵੀ ਲਾਈਟ ਅਬਜ਼ੌਰਬ ਕਰਦੀਆਂ ਜਿਹੜੀ ਸਨਲਾਈਟ ਤੋਂ ਆਈ, ਤੇ ਜਿਹੜੀ ਮੇਜਰ ਪਿਗਮੈਂਟ ਹੈ chlorophyll A ਰਿਐਕਸ਼ਨ ਸੈਂਟਰ, ਇਹ ਵੀ ਲਾਈਟ ਅਬਜ਼ੌਰਬ ਕਰਦਾ। ਔਰ ਅਸੀਂ ਇਹ ਵੀ ਡਿਸਕਸ ਕਰ ਚੁੱਕੇ ਹਾਂ ਕਿ ਜਿਹੜੀਆਂ ਐਕਸੈਸਰੀ ਪਿਗਮੈਂਟਸ ਨੇ, ਜਦੋਂ ਇਹ ਲਾਈਟ ਅਬਜ਼ੌਰਬ ਕਰਦੀਆਂ, ਲਾਈਟ ਅਬਜ਼ੌਰਬ ਕਰਨ ਤੋਂ ਬਾਅਦ ਆਪਣੀ ਲਾਈਟ ਫਿਰ ਉਹ ਜਿਹੜੀ એનર્ਜੀ ਹੁੰਦੀ ਕਿਹਨੂੰ ਦੇ ਦਿੰਦੀਆਂ? ਕਲੋਰੋਫਿਲ ਏ ਨੂੰ, ਰਾਈਟ। ਸੋ ਆਫਟਰ ਐਬਜ਼ੌਰਪਸ਼ਨ ਆਫ ਲਾਈਟ, ਜਿਹੜਾ ਕਲੋਰੋਫਿਲ ਏ ਹੈ, ਇਹਦੇ ਤੋਂ ਪੇਅਰ ਆਫ ਇਲੈਕਟ੍ਰੋਨ ਜਿਹੜਾ ਉਹ ਐਕਸਾਈਟ ਹੋ ਜਾਂਦਾ। ਸੋ ਪੇਅਰ ਆਫ ਇਲੈਕਟ੍ਰੋਨ ਗੈਟ ਐਕਸਾਈਟਡ, ਅਸੀਂ ਆਲਰੇਡੀ ਇਹ ਵੀ ਪੜ੍ਹ ਚੁੱਕੇ ਹਾਂ। ਸਭ ਤੋਂ ਪਹਿਲਾਂ ਐਕਸੈਪਟਰ ਜਿਹੜਾ ਇਲੈਕਟ੍ਰੋਨ ਨੂੰ ਐਕਸੈਪਟ ਕਰਦਾ ਹੈ, ਉਹਨੂੰ ਅਸੀਂ ਪ੍ਰਾਇਮਰੀ ਇਲੈਕਟ੍ਰੋਨ ਐਕਸੈਪਟਰ ਕਹਿੰਦੇ ਹਾਂ। ਅਸੀਂ ਇਹ ਵੀ ਪੜ੍ਹ ਚੁੱਕੇ ਹਾਂ, ਅਸੀਂ ਇੱਥੋਂ ਤੱਕ ਡਿਸਕਸ ਕਰ ਚੁੱਕੇ ਹਾਂ ਕਿ ਜਦੋਂ ਕਲੋਰੋਫਿਲ ਏ ਤੋਂ ਪੇਅਰ ਆਫ ਇਲੈਕਟ੍ਰੋਨ ਐਕਸਾਈਟ ਹੋ ਜਾਂਦਾ ਹੈ, ਫਸਟ ਜਿਹੜਾ ਪ੍ਰਾਇਮਰੀ ਇਲੈਕਟ੍ਰੋਨ ਐਕਸੈਪਟਰ ਹੁੰਦਾ ਉਹ ਐਕਸੈਪਟ ਕਰਦਾ ਇਸ ਚੀਜ਼ ਨੂੰ, ਰਾਈਟ। ਸੋ ਦੋਜ਼ ਇਲੈਕਟ੍ਰੋਨ ਜਿਹੜੇ ਪ੍ਰਾਇਮਰੀ ਇਲੈਕਟ੍ਰੋਨ ਐਕਸੈਪਟਰ ਨੇ ਐਕਸੈਪਟ ਕੀਤੇ ਹੈ, ਉਹ ਫਰਦਰ ਜਿਹੜੇ ਟਰਾਂਸਫਰ ਹੁੰਦੇ ਨੇ ਟੂ ਦਾ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਔਰ ਇਲੈਕਟ੍ਰੋਨ ਟਰਾਂਸਪੋਰਟ ਚੇਨ ਵੀ ਕਿਹਾ ਜਾਂਦਾ ਹੈ। ਹੁਣ ਇਸ ਇਲੈਕਟ੍ਰੋਨ ਟਰਾਂਸਪੋਰਟ ਚੇਨ ਅਸੀਂ ਇੱਥੇ ਇੱਕ ਕੰਬਾਈਨ ਕਰਕੇ ਲਿਖਤਾ ਇਲੈਕਟ੍ਰੋਨ ਟਰਾਂਸਪੋਰਟ ਚੇਨ। ਇਹਦੇ ਵਿੱਚ ਵੀ ਬੇਟਾ ਡਿਫਰੈਂਟ ਇਲੈਕਟ੍ਰੋਨ ਐਕਸੈਪਟਰ, 3 ਟਾਈਪਸ ਆਫ ਇਲੈਕਟ੍ਰੋਨ ਐਕਸੈਪਟਰਸ ਹੁੰਦੇ। ਅਸੀਂ ਇਹਨੂੰ ਇਕੱਠਾ ਕਰਕੇ ਕੰਬਾਈਨ ਕਰਕੇ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਲਿਖਤਾ ਜਾਂ ਇਲੈਕਟ੍ਰੋਨ ਟਰਾਂਸਪੋਰਟ ਚੇਨ, ਕਿ ਇਹ ਜਿਹੜਾ ਇਲੈਕਟ੍ਰੋਨ ਹੈ, ਪਹਿਲਾਂ ਇੱਕ ਐਕਸੈਪਟਰ ਨੇ ਐਕਸੈਪਟ ਕੀਤਾ, ਫਸਟ ਵਾਲੇ ਨੇ, ਦੈਟ ਇਜ਼ ਪ੍ਰਾਇਮਰੀ। ਉਸ ਤੋਂ ਬਾਅਦ ਕਿੰਨੇ ਐਕਸੈਪਟ ਕੀਤਾ? 2, 3, 4, 3 ਹੋਰ ਨੇ। ਅਸੀਂ ਇਕੱਠਾ ਕੀ ਲਿਖਤਾ? ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਔਰ ਇਲੈਕਟ੍ਰੋਨ ਟਰਾਂਸਪੋਰਟ ਚੇਨ। ਉਹ ਤਿੰਨੋਂ ਕਿਹੜੇ ਇਲੈਕਟ੍ਰੋਨ ਐਕਸੈਪਟਰਸ ਨੇ, ਮੈਂ ਹੁਣੇ ਦੱਸਾਂਗੀ। ਪਹਿਲਾਂ ਅਸੀਂ ਦੇਖਦੇ ਹਾਂ ਜਿਹੜੇ ਇਲੈਕਟ੍ਰੋਨ ਹੈ ਫਰਦਰ। ਹੁਣ ਜਦੋਂ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਜੇ ਚੇਨ ਚੋਂ ਨਿਕਲੇ, ਦੈਨ ਦੋਜ਼ ਇਲੈਕਟ੍ਰੋਨ ਵਿਲ ਬੀ ਐਕਸੈਪਟਡ ਬਾਏ ਫੋਟੋ ਸਿਸਟਮ 1 ਐਂਡ ਡਿਊਰਿੰਗ ਦਿਸ ਪ੍ਰੋਸੈਸ, ਇਸੀ ਪ੍ਰੋਸੈਸ ਦੇ ਵਿੱਚ ATP ਫਾਰਮੇਸ਼ਨ ਟੇਕਸ ਪਲੇਸ। ATP ਬਣਦਾ ਫਰੋਮ ADP ਐਂਡ ਇਨਆਰਗੈਨਿਕ ਫਾਸਫੇਟ। ਸੋ ਹੇਅਰ ਅਸੀਂ ਇਸ ਸਟੈਪ ਤੇ ਕਹਿ ਸਕਦੇ ਹਾਂ ਸੋਲਰ ਐਨਰਜੀ ਇਜ਼ ਕਨਵਰਟਡ ਇਨਟੂ ਕੈਮੀਕਲ ਐਨਰਜੀ। ਜਿਹੜੀ ਇਹ ਸਨ ਤੋਂ ਐਨਰਜੀ ਆਈ ਸੀ, ਉਹ ਜਦੋਂ ਇਲੈਕਟ੍ਰੋਨ ਇੱਦਾਂ ਟਰਾਂਸਪੋਰਟ ਕਰ ਰਿਹਾ ਇਸ ਸਟੈਪ ਦੇ ਉੱਤੇ, ਦੈਟ ਸੋਲਰ ਐਨਰਜੀ ਇਜ਼ ਕਨਵਰਟਡ ਇਨਟੂ ਕੈਮੀਕਲ ਐਨਰਜੀ, ਰਾਈਟ। ਸੋ ਦਿਸ ਇਜ਼ ATP ਇਜ਼ ਕੈਮੀਕਲ ਐਨਰਜੀ। ਸੋ ਜਦੋਂ ਇਹ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ 'ਚੋਂ ਇਲੈਕਟ੍ਰੋਨ ਨਿਕਲ ਕੇ ਫੋਟੋ ਸਿਸਟਮ 1 ਕੋਲ ਆਇਆ, ਰਾਈਟ, ਸੇਮ ਉਹੀ ਗੱਲ, ਇਲੈਕਟ੍ਰੋਨ ਇੱਥੇ ਆ ਗਏ, ਸਨਲਾਈਟ ਫਾਲ ਕੀਤੀ, ਸਭ ਨੇ ਐਨਰਜੀ ਲਈ, ਐਕਸੈਸਰੀ ਪਿਗਮੈਂਟਸ ਨੇ ਵੀ ਐਨਰਜੀ ਗੇਨ ਕੀਤੀ। ਉਹਨਾਂ ਨੇ ਆਪਣੀ ਐਨਰਜੀ ਕਿਹਨੂੰ ਦਿੱਤੀ? ਰਿਐਕਸ਼ਨ ਸੈਂਟਰ ਨੂੰ, ਦੈਟ ਇਜ਼ ਕਲੋਰੋਫਿਲ ਏ। ਦੈਨ ਅਗੇਨ ਦੋਜ਼ 2 ਇਲੈਕਟ੍ਰੋਨਸ ਗਾਟ ਐਕਸਾਈਟਡ, ਇਲੈਕਟ੍ਰੋਨ ਐਕਸਾਈਟ ਹੋ ਗਏ। ਇਲੈਕਟ੍ਰੋਨ ਜਦੋਂ ਐਕਸਾਈਟ ਹੋ ਗਏ, ਫਿਰ ਉਹੀ ਜਿਹੜਾ ਪਹਿਲਾ ਐਕਸੈਪਟਰ ਹੈ, ਜਿਹੜਾ ਇਲੈਕਟ੍ਰੋਨ ਨੂੰ ਐਕਸੈਪਟ ਕਰ ਰਿਹਾ, ਉਹਨੂੰ ਅਸੀਂ ਕੀ ਬੋਲਦੇ? ਪ੍ਰਾਇਮਰੀ ਇਲੈਕਟ੍ਰੋਨ ਐਕਸੈਪਟਰ। ਫਿਰ ਉਹ ਇਲੈਕਟ੍ਰੋਨ ਜਿਹੜਾ ਹੈ ਉਹ ਕੁਝ ਇਲੈਕਟ੍ਰੋਨ ਫਰਦਰ ਹੋਰ ਇਲੈਕਟ੍ਰੋਨ ਐਕਸੈਪਟਰਸ ਕੋਲ ਚਲਾ ਗਿਆ, ਇਲੈਕਟ੍ਰੋਨ ਟਰਾਂਸਪੋਰਟ ਸਿਸਟਮ। ਐਂਡ ਹੇਅਰ NAD+ ਇਜ਼ ਰਿਡਿਊਸ ਟੂ NADPH। ਹੁਣ ਇਹ ਕਿਵੇਂ ਰਿਡਿਊਸ ਹੋਇਆ? ਇਹਦੀ ਕੀ ਰਿਕੁਆਇਰਮੈਂਟ ਹੈ? NADP+ ਤੋਂ NADPH ਕਿਵੇਂ ਬਣਿਆ? ਉਹ ਆਪਾਂ ਹੁਣੇ ਲਿਟਲ ਲੇਟਰ, ਬਿਲਕੁਲ ਇੱਕ ਅੱਧੇ ਮਿੰਟ ਬਾਅਦ ਆਪਾਂ ਇਸ ਚੀਜ਼ ਨੂੰ ਦੇਖਾਂਗੇ। ਅਗਰ ਅਸੀਂ ਇਸ ਕੰਪਲੀਟ ਪ੍ਰੋਸੈਸ ਨੂੰ ਦੇਖੀਏ ਤਾਂ ਅਸੀਂ ਕੀ ਦੇਖਿਆ? ਪਹਿਲਾਂ ਫੋਟੋ ਸਿਸਟਮ 2 ਨੇ ਵਰਕ ਕੀਤਾ, ਇਲੈਕਟ੍ਰੋਨ ਐਕਸਾਈਟ ਹੋ ਗਏ, ਪ੍ਰਾਇਮਰੀ ਇਲੈਕਟ੍ਰੋਨ ਐਕਸੈਪਟਰ ਨੇ ਗੇਨ ਕੀਤਾ, ਦੈਨ ਉਹਨੇ ਫਰਦਰ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਨੂੰ ਦਿੱਤਾ। ਐਂਡ ਡਿਊਰਿੰਗ ਦਿਸ ਟਰਾਂਸਫਰੈਂਸ ADP ਔਰ ਇਨਆਰਗੈਨਿਕ ਫਾਸਫੇਟ ਤੋਂ ਕੀ ਬਣੇ? ATP। ਦੈਨ ਦੋਜ਼ ਇਲੈਕਟ੍ਰੋਨ ਕਿੱਥੇ ਪਹੁੰਚ ਗਏ? ਫੋਟੋ ਸਿਸਟਮ 1 'ਚ। ਅਗੇਨ ਸਨਲਾਈਟ ਐਨਰਜੀ ਦਿੱਤੀ ਗਈ, ਇਲੈਕਟ੍ਰੋਨ ਐਕਸੈਪਟ ਹੋ ਗਏ, ਫਿਰ ਫਰਦਰ ਉਹ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਜਾਂ ਜਿੰਨੇ ਵੀ ਇਲੈਕਟ੍ਰੋਨ ਐਕਸੈਪਟਰਸ ਉਹਨਾਂ ਕੋਲ ਗਏ। ਐਂਡ ਡਿਊਰਿੰਗ ਦੈਟ NAD+ ਇਜ਼ ਰਿਡਿਊਸ ਟੂ NADPH। ਓਕੇ, ਉਸ ਤੋਂ ਬਾਅਦ ਇੱਕ ਹੋਰ ਗੱਲ,
ਦਿਸ ਜੋ ਇਹ ਆਪਾਂ ਹੁਣੇ ਡਰਾ ਕੀਤਾ, ਦਿਸ ਇਜ਼ ਆਲਸੋ ਕਾਲਡ ਐਜ਼ Z ਸਕੀਮ ਔਰ Z ਸਕੀਮ, CZ। ਆ ਦੇਖੋ ਸਾਰੇ ਜਾਣੇ Z ਦੇਖੋ, Z ਸਕੀਮ, ਦਿਸ Z, ਠੀਕ ਹੈ। ਜਦੋਂ ਅਸੀਂ ਇਹਨੂੰ ਸਿੱਧਾ ਰੱਖਦੇ ਇਟ ਲੁੱਕ ਲਾਈਕਸ N, ਬਟ ਨੋ, ਦਿਸ ਇਜ਼ ਕਾਲਡ ਐਜ਼ Z ਸਕੀਮ, ਸੀ ਦਿਸ Z, ਔਰ ਵੀ ਆਲਸੋ ਕਾਲਡ ਇਜ਼ ਐਜ਼ Z, ਰਾਈਟ। Z ਸਕੀਮ ਵੀ ਕਿਹਾ ਜਾਂਦਾ ਇਹਨੂੰ, ਓਕੇ। ਅਨਦਰ ਥਿੰਗ, ਹੁਣ ਅਸੀਂ ਸਾਡੇ ਮਾਈਂਡ ਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਜਿਹੜੇ ਇਲੈਕਟ੍ਰੋਨ ਇਸ ਫਸਟ ਸਟੈਪ 'ਤੇ ਐਕਸਾਈਟ ਹੋ ਕੇ ਚਲੇ ਗਏ ਸੀ ਟੂ ਡਿਫਰੈਂਟ ਇਲੈਕਟ੍ਰੋਨ ਐਕਸੈਪਟਰਸ, ਤਾਂ ਇਹ ਇਲੈਕਟ੍ਰੋਨਸ ਪੂਰੇ ਕਿੱਦਾਂ ਹੁੰਦੇ ਆ? ਫਿਰ ਇਹ ਫਰਦਰ ਇਲੈਕਟ੍ਰੋਨ ਇੱਕ ਵਾਰੀ ਐਕਸਾਈਟ ਕਰਕੇ ਚਲੇ ਗਏ, ਫਿਰ ਇਹਨੂੰ ਇਹਦੀ ਇਲੈਕਟ੍ਰੋਨ ਦੀ ਰਿਪਲੇਸਮੈਂਟ ਕਿਵੇਂ ਹੁੰਦੀ? ਮੀਨਸ ਇਹਨੂੰ ਇਹਦੇ ਇਲੈਕਟ੍ਰੋਨ ਜਿਹੜੇ ਨਿਕਲ ਗਏ ਉਹ ਪੂਰੇ ਕਿੱਦਾਂ ਹੋਣਗੇ? ਉਹ ਤਾਂ ਚਲੇ ਗਏ ਫਰਦਰ, ਉਹ ਆਪਾਂ ਹੁਣੇ ਡਿਸਕਸ ਕਰਦੇ ਹਾਂ। ਪਹਿਲਾਂ ਜਿਹੜਾ ਮੈਂ ਤੁਹਾਨੂੰ ਇੱਥੇ ਕਹਿ ਰਹੀ ਸੀ ਕਿ ਜਿਹੜਾ ਇੱਕ ਇਲੈਕਟ੍ਰੋਨ ਐਕਸੈਪਟਰ ਹੈ ਉਹਦੇ ਤੋਂ ਫਰਦਰ ਜਿਹੜੇ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ 'ਚ ਐਂਟਰ ਕਰ ਗਏ, ਮੀਨਸ ਇੱਥੇ 2-3 ਇਲੈਕਟ੍ਰੋਨ ਐਕਸੈਪਟਰਸ ਹੁੰਦੇ ਨੇ ਜਿਹੜੇ ਇਲੈਕਟ੍ਰੋਨ ਨੂੰ ਐਕਸੈਪਟ ਕਰਦੇ ਨੇ 1 ਬਾਏ 1। ਸੋ ਦੋਜ਼ 3 ਇਲੈਕਟ੍ਰੋਨ ਐਕਸੈਪਟਰ ਜਿਹਨੂੰ ਅਸੀਂ ਇਕੱਠਾ ਕਰਕੇ ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਜਾਂ ਚੇਨ ਲਿਖਦੇ ਹਾਂ, ਉਹਨਾਂ ਦੀ ਸ਼ਾਰਟ ਫਾਰਮ ਹੈ PQ, CY, PC। PQ means plastoquinone, CY is cytochrome complex, and PC is plastocyanin. So these all are the electron acceptors, right? ਇਲੈਕਟ੍ਰੋਨ ਐਕਸੈਪਟਰਸ ਬਾਰੇ ਸਾਨੂੰ ਪਤਾ ਚੱਲ ਗਿਆ, Z ਸਕੀਮ ਬਾਰੇ ਪਤਾ ਚੱਲ ਗਿਆ। ਇੱਕ ਲਾਸਟ ਕੁਐਸਚਨ ਦਾ ਆਨਸਰ ਰਹਿ ਗਿਆ ਕਿ ਜਿਹੜੇ ਕਲੋਰੋਫਿਲ A ਦੇ ਇਲੈਕਟ੍ਰੋਨ ਐਕਸਾਈਟ ਕਰਕੇ ਚਲੇ ਗਏ ਸੀ ਟੂ ਦ ਇਲੈਕਟ੍ਰੋਨ ਐਕਸੈਪਟਰਸ, ਉਹ ਇਲੈਕਟ੍ਰੋਨ ਪੂਰੇ ਕਿੱਦਾਂ ਹੁੰਦੇ? ਫਿਰ ਮੀਨਸ ਉਹ ਜਿਹੜੇ 2 ਇਲੈਕਟ੍ਰੋਨ ਨੇ ਉਹਨਾਂ ਦੀ ਰਿਪਲੇਸਮੈਂਟ ਕਿਵੇਂ ਹੁੰਦੀ ਹੈ, ਉਹ ਆਪਾਂ ਇੱਥੇ ਡਿਸਕਸ ਕਰਨ ਜਾ ਰਹੇ ਹਾਂ। ਉਹ ਰਿਪਲੇਸਮੈਂਟ ਹੁੰਦੀ ਹੈ ਬਾਏ ਫੋਟੋਲਾਈਸਿਸ ਆਫ ਵਾਟਰ। ਫੋਟੋ ਮੀਨਸ ਲਾਈਟ, ਲਾਈਸਿਸ ਮੀਨਸ ਬ੍ਰੇਕ ਡਾਊਨ, ਟੁੱਟਣਾ। ਇੱਥੇ ਵਾਟਰ ਜਿਹੜਾ ਹੈ ਉਹ ਬ੍ਰੇਕ ਡਾਊਨ ਕਰ ਰਿਹਾ, ਵਾਟਰ ਜਿਹੜਾ ਹੈ ਉਹ ਉਹਦੀ ਫੋਟੋਲਾਈਸਿਸ ਹੋ ਰਹੀ ਹੈ ਇਨਟੂ C, 2 ਇਲੈਕਟ੍ਰੋਨਸ, 2 ਹਾਈਡਰੋਜਨ ਆਇਨਸ ਐਂਡ ਨੇਸੈਂਟ ਆਕਸੀਜਨ। ਸਿੰਗਲ ਐਟਮ ਕਹਿ ਸਕਦੇ ਅਸੀਂ ਇਹਨੂੰ, ਨੇਸੈਂਟ ਆਕਸੀਜਨ ਕਹਿ ਸਕਦੇ, ਵਿਚ ਇਜ਼ ਫਰਦਰ ਜਿਹੜੀ ਫਰਦਰ ਫਿਰ ਆਕਸੀਜਨ ਮੋਲੈਕਿਊਲ ਬਣ ਕੇ ਰਿਲੀਜ਼ ਹੋ ਜਾਏਗੀ। ਹੁੰਦਾ ਹੈ ਨਾ ਜਦੋਂ ਫੋਟੋਸਿੰਥੇਸਿਸ ਦਾ ਪ੍ਰੋਸੈਸ ਹੁੰਦਾ, ਆਕਸੀਜਨ ਬਾਹਰ ਨਿਕਲਦੀ ਹੈ ਨਾ, ਰਾਈਟ। ਸੋ ਜਿਹੜੇ 2 ਇਲੈਕਟ੍ਰੋਨ ਵਾਟਰ ਦੀ ਫੋਟੋਲਾਈਸਿਸ ਤੋਂ ਬਾਅਦ ਬਣੇ ਨੇ, ਇਹ ਇਲੈਕਟ੍ਰੋਨ, ਆ ਜਿਹੜੇ ਇਲੈਕਟ੍ਰੋਨ ਇੱਥੋਂ ਲਾਸ ਹੋਏ ਸੀ, ਇਲੈਕਟ੍ਰੋਨ ਜਿਹੜੇ ਐਕਸਾਈਟ ਹੋ ਕੇ ਚਲੇ ਗਏ ਸੀ, ਉਹ ਇਹ ਇਲੈਕਟ੍ਰੋਨਸ ਇਹਨੂੰ ਮਿਲਦੇ ਨੇ ਤੇ ਇਲੈਕਟ੍ਰੋਨ ਦੀ ਰਿਪਲੇਸਮੈਂਟ ਹੁੰਦੀ ਹੈ। ਮੈਂ ਇੱਥੇ ਐਰੋ ਤਾਂ ਨਹੀਂ ਡਰਾ ਕੀਤਾ, ਸੋ ਇਹ ਪੂਰਾ ਸਾਈਕਲ ਕਨਫਿਊਜ਼ ਹੋ ਜਾਏਗਾ ਕਿ ਅਸੀਂ ਇਹ ਦੇਖਾਂਗੇ ਕਿ ਸ਼ਾਇਦ ਇੱਥੋਂ ਵੀ ਸਾਈਕਲ ਸਟਾਰਟ ਹੁੰਦਾ, ਬਟ ਨੋ, ਇੱਥੇ ਇਹ ਸਟੈਪ ਤਾਂ ਬਣਾਇਆ ਗਿਆ ਕਿ ਜਿਹੜੇ ਇਲੈਕਟ੍ਰੋਨਸ ਨੇ ਫੋਟੋਲਾਈਸਿਸ ਆਫ ਵਾਟਰ ਤੋਂ ਬਾਅਦ ਰਿਲੀਜ਼ ਹੁੰਦੇ ਨੇ, ਦੋਜ਼ ਇਲੈਕਟ੍ਰੋਨਸ ਵਰ ਰਿਪਲੇਸਡ ਬਾਏ ਦੋਜ਼ ਇਲੈਕਟ੍ਰੋਨ ਰਿਪਲੇਸਿਸ ਦੋਜ਼ ਇਲੈਕਟ੍ਰੋਨਸ। ਇਹ ਵਾਲੇ ਇਲੈਕਟ੍ਰੋਨ ਇਹਨਾਂ 2 ਇਲੈਕਟ੍ਰੋਨ ਨੂੰ ਰਿਪਲੇਸ ਕਰਦੇ ਨੇ ਜਿਹੜੇ ਐਕਸਾਈਟ ਹੋ ਕੇ ਚਲੇ ਗਏ ਸੀ। ਸੋ ਉਹਨਾਂ ਦੀ ਜਿਹੜੀ ਪੂਰਤੀ ਹੈ ਕਹਿ ਲਓ, ਜਿਹੜੇ ਉਹ ਲਾਸ ਹੈ ਉਹ ਇਹ ਭਰਦਾ ਹੈ, ਇਹ ਮੇਡ ਅਪ ਕਰਦਾ 2 ਇਲੈਕਟ੍ਰੋਨਸ, ਰਾਈਟ। ਹੁਣ ਇਹ ਜਿਹੜੇ 2 ਹਾਈਡਰੋਜਨ ਹੈ ਕਿੱਥੇ ਗਏ? these 2 ਹਾਈਡਰੋਜਨਸ, ਇੱਥੇ ਜਿਹੜੀ ਰਿਡਕਸ਼ਨ ਹੋਣੀ ਸੀ ਮੈਂ ਦੱਸਿਆ ਸੀ NAD+ ਇਜ਼ ਰਿਡਿਊਸ ਟੂ NADPH, ਔਰ ਅਸੀਂ ਐਵੇਂ ਕਹਿੰਦੇ NADP ਟੂ NADPH2। ਸੋ ਇਹ ਕਿਵੇਂ, ਇਹਦੀ ਜਿਹੜੀ ਰਿਡਕਸ਼ਨ ਉਹ ਕਿਵੇਂ ਹੋਈ? ਯੂਜ਼ਿੰਗ these 2 ਹਾਈਡਰੋਜਨ ਆਇਨਸ। ਸੋ ਇਹ ਜਿਹੜੇ ਹਾਈਡਰੋਜਨ ਆਇਨਸ ਨੇ ਇਹ NADP+ ਨੂੰ ਦੇ ਦਿੱਤੇ ਜਾਂਦੇ ਨੇ ਟੂ ਗੈਟ, ਸੋ ਦੈਟ ਉਹ ਰਿਡਿਊਸ ਹੋ ਸਕੇ NADPH ਵਿੱਚ। ਐਂਡ ਇੱਥੇ ਜਿਹੜੀ ਇਹਦੀ ਰਿਡਕਸ਼ਨ ਹੋ ਰਹੀ ਹੈ NADP+ ਦੀ NADPH, ਉਹਦੇ ਜਿਹੜੀ ਐਨਜ਼ਾਈਮ ਵਰਕ ਕਰਦੀ ਹੈ ਉਹਦਾ ਨਾਮ ਹੈ NADP ਰਿਡਕਟੇਜ਼, NADP ਰਿਡਕਟੇਜ਼। ਸੋ ਇਹ ਸੀ ਸਾਡੇ ਕੋਲ ਟੌਪਿਕ ਜਿਹੜਾ ਕਿ ਨੌਨ ਸਾਈਕਲਿਕ ਫੋਟੋਫਾਸਫੋਰਾਈਲੇਸ਼ਨ ਹੈ। ਵਾਈ ਇਟ ਇਜ਼ ਕਾਲਡ ਐਜ਼ ਨੌਨ ਸਾਈਕਲਿਕ? ਬਿਕੋਜ਼ ਇੱਥੇ ਸਾਈਕਲ ਕੰਪਲੀਟ ਨਹੀਂ ਹੋਇਆ। ਸਾਈਕਲ ਕਿਵੇਂ ਕੰਪਲੀਟ ਹੁੰਦਾ? ਜਿੱਥੋਂ ਜਿਹੜੀ ਚੀਜ਼ ਨਿਕਲੀ ਵਾਪਸ ਉੱਥੇ ਆ ਜਾਏ, ਇੱਦਾਂ ਦਾ ਕੁਝ ਨਹੀਂ ਹੋਇਆ, ਨੌਨ ਸਾਈਕਲਿਕ। ਦੂਸਰੀ ਗੱਲ, ਵਾਈ ਇਟ ਇਜ਼ ਕਾਲਡ ਐਜ਼ Z ਸਕੀਮ? ਆ ਦੇਖੋ Z, ਰਾਈਟ। ਸੋ ਦਿਸ ਇਜ਼ ਕਾਲਡ ਐਜ਼ Z ਸਕੀਮ। ਥਰਡ ਥਿੰਗ, ਇਲੈਕਟ੍ਰੋਨ ਟਰਾਂਸਪੋਰਟ ਸਿਸਟਮ ਔਰ ਚੇਨ 'ਚ ਕਿਹੜੇ ਸਾਡੇ ਕੋਲ ਇਲੈਕਟ੍ਰੋਨ ਐਕਸੈਪਟਰਸ ਨੇ ਜਿਹੜੇ ਇਲੈਕਟ੍ਰੋਨ ਨੂੰ ਐਕਸੈਪਟ ਕਰਦੇ ਆ। ਉਸ ਤੋਂ ਨੈਕਸਟ ਚੀਜ਼ ਜਿਹੜੀ ਯਾਦ ਰੱਖਣ ਵਾਲੀ ਹੈ, ਬੋਥ ਦ ਫੋਟੋ ਸਿਸਟਮਸ ਆਰ ਰਿਕੁਆਇਰਡ ਇਨ ਨੌਨ ਸਾਈਕਲਿਕ ਪ੍ਰੋਸੈਸ। ਪਹਿਲਾਂ ਫੋਟੋ ਸਿਸਟਮ 2, ਫਿਰ ਫੋਟੋ ਸਿਸਟਮ 1। ਫਿਰ ਲਾਸਟ ਥਿੰਗ, ਇਲੈਕਟ੍ਰੋਨ ਜਿਹੜੇ ਐਕਸਾਈਟ ਹੋ ਕੇ ਇਲੈਕਟ੍ਰੋਨ ਐਕਸੈਪਟਰਸ ਕੋਲ ਚਲੇ ਗਏ ਸੀ ਐਂਡ ਫਰਦਰ ਟੂ ਦਾ ਫੋਟੋ ਸਿਸਟਮ 1, ਉਹ ਇਲੈਕਟ੍ਰੋਨ ਕਿੱਦਾਂ, ਉਹਨਾਂ ਦਾ ਜਿਹੜਾ ਲਾਸ ਹੈ ਉਹ ਕਿੱਦਾਂ ਪੂਰਾ ਹੁੰਦਾ ਬਾਏ ਦ ਪ੍ਰੋਸੈਸ ਆਫ ਫੋਟੋਲਾਈਸਿਸ ਆਫ ਵਾਟਰ। ਜਦੋਂ ਵਾਟਰ ਫੋਟੋਲਾਈਜ਼ ਕਰਦਾ 2 ਇਲੈਕਟ੍ਰੋਨ ਰਿਲੀਜ਼ ਹੁੰਦੇ ਨੇ, 2 ਹਾਈਡਰੋਜਨ ਆਇਨ ਰਿਲੀਜ਼ ਹੁੰਦੇ, ਪ੍ਰੋਟੋਨ ਕਹਿ ਸਕਦੇ ਹਾਂ, ਐਂਡ ਨੇਸੈਂਟ ਆਕਸੀਜਨ। ਇਹ ਇਲੈਕਟ੍ਰੋਨ ਇਹ ਵਾਲਾ ਜਿਹੜਾ ਲਾਸ ਹੋਇਆ ਸੀ ਉਹਨੂੰ ਪੂਰਾ ਕਰਦਾ। ਹਾਈਡਰੋਜਨ ਆਇਨ ਜਿਹੜੇ ਬਣੇ ਨੇ, ਇਟ ਹੈਲਪਸ ਟੂ ਰਿਡਿਊਸ
NADP plus to NADPH with the help of enzyme NADP reductase, right? And ਜਿਹੜੀ ऑक्सीजन निकलती है नेसेंट ऑक्सीजन एटॉमिक ऑक्सीजन है फर्दर मोलेक्यूल बन के रिलीज हो जाएगी क्योंकि वी ऑल नो दैट आफ्टर द प्रोसेस ऑफ फोटोसिंथेसिस ऑक्सीजन इज release, yeah, during the process of photosynthesis oxygen is released. So this is all about non cyclic photophosphorylation, right?